ਆ ਇੱਥੇ ਪ੍ਰਸ਼ਾਸਨ ਆਇਆ ਹੋਇਆ ਨਾ ਤੁਹਾਡੀ ਸੁਰੱਖਿਆ ਲਈ। ਸਾਧ ਸੰਗਤ ਹੈਰਾਨ ਹੋ ਜਾਈਦਾ ਆਪਣੇ, ਮੈਂ ਨਹੀਂ ਕਹਿ ਰਿਹਾ, ਉਹਨਾਂ ਦੀ ਜਵਾਨੀ ਹੈ, ਕਿਉਂਕਿ ਅਸੀਂ ਬੈਠੇ ਰਹਿੰਦੇ ਹਾਂ ਉਹਨਾਂ ਕੋਲ। ਉਹ ਕਹਿੰਦੇ ਸਾਡੀ ਅੱਜ ਤੱਕ ਡਿਊਟੀ ਨਹੀਂ ਸੀ ਲੱਗੀ, ਕਹਿੰਦੇ ਇਸ ਇਲਾਕੇ 'ਚ, ਇਸ ਸਥਾਨ ਦੇ ਉੱਤੇ, ਕਹਿੰਦੇ ਇਲਾਕੇ 'ਚ ਰਹਿੰਦੇ ਇਸ ਸਥਾਨ 'ਤੇ ਕਦੇ ਡਿਊਟੀ ਨਹੀਂ ਸੀ ਲੱਗੀ, ਕਹਿੰਦੇ ਪਹਿਲੀ ਵਾਰ ਹੈ। ਤੇ ਇੱਕ ਸਿਪਾਹੀ ਮਹਾਂਪੁਰਸ਼ਾਂ ਦੇ ਕੋਲੇ ਖੜਦੇ ਆ, ਮੈਂ ਨਾਮ ਤਾਂ ਨਹੀਂ ਜਾਣਦਾ ਭਾਈ ਸਾਹਿਬ ਦਾ, ਉਹਨਾਂ ਨੂੰ ਪਿਆਰ ਹੀ ਇੰਨਾ ਹੋ ਗਿਆ, ਆਪਣੇ ਘਰੋਂ ਪ੍ਰਸ਼ਾਦ ਬਣਾ ਬਣਾ ਕੇ ਲੈ ਕੇ ਆਉਂਦੇ ਬਾਬਾ ਜੀ ਵਾਸਤੇ। ਰੌਣਕਾਂ ਦੇਖ ਦੇਖ ਹੈਰਾਨ ਹੋਈ ਜਾਂਦੇ ਆ। ਸੱਚ ਤਾਂ ਸਾਧ ਸੰਗਤ ਫਿਰ ਸੱਚ ਹੀ ਹੁੰਦਾ, ਕੂੜ ਨਿਕੁੱਟੇ ਨਾਨਕਾ ਓੜਕ ਸੱਚ ਰਹੀ। ਉਹ ਖੁਦ ਮਹਿਸੂਸ ਕਰਦੇ ਇਸ ਗੱਲ ਨੂੰ ਕਿ ਸਾਨੂੰ ਸ਼ਰਮ ਆਉਂਦੀ ਹੈ ਕਿ ਇਸ ਪਵਿੱਤਰ ਸਥਾਨ ਤੇ ਅਸੀਂ ਵਰਦੀ ਪਾ ਕੇ ਖੜੇ ਹਾਂ, ਸਾਨੂੰ ਨਹੀਂ ਖੜਨਾ ਚਾਹੀਦਾ, ਉੱਦਾਂ ਅਸੀਂ ਮੱਥਾ ਟੇਕਣ ਆਈਏ, ਕਿਉਂਕਿ ਸੰਗਤ ਦੇ ਉੱਤੇ ਗਲਤ ਅਸਰ ਪੈਂਦਾ ਇਸ ਚੀਜ਼ ਦਾ। ਪਰ ਆਏ ਆਪਣੀ ਸੁਰੱਖਿਆ ਵਾਸਤੇ ਆ, ਉਹ ਖੁਦ ਇਸ ਗੱਲ ਨੂੰ ਮਹਿਸੂਸ ਕਰਦੇ ਪਏ। ਇੱਦਾਂ ਰੱਬ ਦੇ ਨਾਲ ਮੇਲ ਦਿੰਦੇ ਆ। ਪਤਾ ਨਹੀਂ ਇਹ ਬਿਧ ਕਿਉਂ ਬਣੀਆਂ, ਪਤਾ ਨਹੀਂ ਕਿੰਨੇ ਹੀ ਸਰੀਰ ਇੱਥੇ ਆਉਣੇ ਆ ਨਵੇਂ, ਕਿੰਨਿਆਂ ਨੂੰ ਜੋੜਨਾ, ਕਿਹਦਾ ਕਿਹਦਾ ਦਾਣਾ ਪਾਣੀ ਵਾਹਿਗੁਰੂ ਅਕਾਲ ਪੁਰਖ ਨੇ ਇੱਥੇ ਲਿਖਿਆ ਹੋਇਆ, ਇਹ ਕੁਛ ਨਹੀਂ ਪਤਾ। ਇਹ ਉਹ ਅਕਾਲ ਪੁਰਖ ਵਾਹਿਗੁਰੂ ਜਾਣਦਾ ਹੈ ਜਾਂ ਰੱਬ ਦੇ ਪਿਆਰੇ ਮਹਾਂਪੁਰਸ਼ ਸੰਤ ਜਾਣਦੇ ਆ। ਇਹ ਮਹਾਂਪੁਰਸ਼ਾਂ ਦਾ ਅਸਲ ਕੰਮ ਹੈ ਸਾਧ ਸੰਗਤ। ਜਨਮ ਮਰਨ ਦੋ ਹੂੰ ਮੈਂ ਨਾਹੀ ਜਨ, ਪਰਉਪਕਾਰੀ ਆਏ। ਪਰਉਪਕਾਰ ਕਿਹਨੂੰ ਕਹਿੰਦੇ ਆ? ਪਰ ਪਰਾਇਆ ਉਪ ਸਮੀਪ, ਨੇੜੇ ਕਰ ਲੈਣਾ, ਕਾਰ ਕੰਮ ਕਰਾ ਦੇਣਾ। ਕਹਿੰਦੇ ਕਿਸੇ ਪਰਾਏ ਬੰਦੇ ਨੂੰ ਆਪਣੇ ਨੇੜੇ ਕਰਕੇ ਰੱਬ ਦੇ ਪਿਆਰੇ ਬਾਂਹ ਫੜ ਕੇ ਗੁਰੂ ਗ੍ਰੰਥ ਸਾਹਿਬ ਕੋਲ ਲੈ ਜਾਂਦੇ ਆ ਕਿ ਮਹਾਰਾਜ ਇਹ ਦੀਨ ਹੈ, ਇਹ ਦੁਖੀ ਹੈ, ਇਹਦੀ ਪੁਕਾਰ ਸੁਣੋ, ਤੁਸੀਂ ਇਹਦੇ ਉੱਤੇ ਕਿਰਪਾ ਕਰੋ। ਆਪਣੇ ਘਰ ਦੇ ਕੰਮ ਨਹੀਂ ਲਾ ਲੈਂਦੇ ਆਉਣ ਵਾਲੇ ਨੂੰ, ਬਾਂਹ ਫੜ ਕੇ ਗੁਰੂ ਗ੍ਰੰਥ ਸਾਹਿਬ ਕੋਲੇ ਲੈ ਜਾਂਦੇ। ਲੈ ਬਈ ਮੈਂ ਵੀ ਇੱਥੋਂ ਹੀ ਲਿਆ ਤੇ ਤੂੰ ਵੀ ਇਸ ਗੁਰੂ ਦੇ ਸਾਹਮਣੇ ਪੁਕਾਰ ਕਰ, ਤੈਨੂੰ ਵੀ ਇੱਥੋਂ ਹੀ ਮਿਲਣਾ। ਤੈਨੂੰ ਕੀ ਨਹੀਂ ਮਿਲਦਾ? ਸਾਧ ਸੰਗਤ ਗੁਰੂ ਨਾਨਕ ਦੇ ਘਰ ਆਇਆ, ਦੁਨੀਆ ਦੀਆਂ ਤਮਾਮ ਚੀਜ਼ਾਂ, ਬਖਸ਼ਿਸ਼ਾਂ, ਪਦਾਰਥ, ਸਭ ਕੁਛ ਇੱਥੋਂ ਮਿਲਦਾ, ਸਭ ਕੁਛ, ਧੀਆਂ ਪੁੱਤਰ, ਜ਼ਮੀਨ ਜਾਇਦਾਦਾਂ। ਇਹ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਹੈ, ਇਹ ਘਰ ਦੀ ਵਡਿਆਈ ਹੈ। ਇੱਥੇ ਇਕੱਲੇ ਗਾਉਣ ਵਾਲੇ ਹੀ ਨਹੀਂ, ਇੱਥੇ ਸੁਣਨ ਵਾਲੇ ਵੀ। ਮਹਾਰਾਜ ਕਹਿੰਦੇ ਗਾਵ ਤੇ ਉਧਰੇ, ਸੁਣ ਤੇ ਉਧਰੇ, ਬਿਨ ਸੇ ਪਾਪ ਘਨੇਰੇ। ਗਾਉਣ ਵਾਲਿਆਂ ਦਾ ਵੀ ਉਧਾਰ ਹੋਣਾ ਤੇ ਬਹਿ ਕੇ ਸੁਣਨ ਵਾਲਿਆਂ ਦਾ ਵੀ ਉਧਾਰ ਹੋਣਾ। ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ, ਇਹ ਵਡਿਆਈ ਹੈ ਇਸ ਘਰ ਦੀ। ਸਾਧ ਸੰਗਤ ਮਹਾਂਪੁਰਸ਼ਾਂ ਦੀ ਕਿੰਨੀ ਕੁਸਤਤ ਕਰੀਏ। ਉਹ ਗੱਲਾਂ ਨਾ ਜਿਹੜੀਆਂ ਆਪ ਨਾਲ ਬੀਤੀਆਂ ਜਾਂ ਕੋਈ ਸੰਗਤ ਦੱਸਦੀ ਹੈ, ਉਸ ਯਾਦ ਹੀ ਆਈ ਜਾਂਦਾ ਹੋਰ ਬੈਠਿਆਂ ਨੂੰ, ਪਰ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ। ਮੈਂ ਆਪਣੀ ਹੱਡ ਬੀਤੀ ਸੁਣਾ ਦਿਆਂ ਇੱਕ ਤੁਹਾਨੂੰ। ਬਹੁਤ ਸਮਾਂ ਹੋ ਗਿਆ ਇਸ ਗੱਲ ਨੂੰ, 6-7 ਸਾਲ ਹੋ ਗਏ। ਮੈਨੂੰ ਨਾ ਕਿਸੇ ਨੇ ਵਹਿਮ ਪਾ ਦਿੱਤਾ, ਮੇਰਾ ਹੱਥ ਦੇਖ ਕੇ ਨਾ, ਸਾਡੇ ਨਾਲ ਪਾਠੀ ਸਿੰਘ ਸੀ ਕੋਈ, ਉਹ ਹੈ ਵਿਚਾਰਾ ਸਾਦਾ ਜਿਹਾ ਹੀ। ਕਹਿੰਦਾ ਜਦੋਂ ਤੇਰੀ 28 ਸਾਲ ਦੀ ਉਮਰ ਹੋ ਗਈ ਨਾ, ਕਹਿੰਦੇ ਬੜਾ ਭਾਰਾ ਕਸ਼ਟ ਆਉਣਾ ਤੇਰੇ ਉੱਤੇ। ਆਪਾਂ ਅਣਗੌਲੀ ਨਹੀਂ ਕੀਤੀ, ਕਿਉਂਕਿ ਆਪਾਂ ਗੁਰਮਤ ਨੂੰ ਮੰਨਦੇ ਆ, ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ। ਗੌਲਿਆਂ ਨਹੀਂ ਗੱਲ ਨੂੰ, ਅਣਗੌਲੀ ਕਰ ਦਿੱਤੀ। ਫਿਰ ਸਾਧ ਸੰਗਤ ਇੱਦਾਂ ਹੀ ਕਿਸੇ ਹੋਰ ਨੇ ਕਹਿ ਦਿੱਤਾ ਮੈਨੂੰ। ਤੇ ਇੱਕ ਸਾਡੇ ਘਰਾਂ ਦੇ ਕੋਲ ਨਾ ਬੜੇ ਵੱਡੇ ਪੰਡਤ ਹੋਇਆ, ਜੋਤਸ਼ੀ, ਉਹਨਾਂ ਦੀ ਨੂੰਹ ਹੈ, ਬੀਬੀ, ਉਹ ਬਜ਼ੁਰਗ ਹੈ। ਉਹਨੂੰ ਵੀ ਨਾ ਉਹ ਸਹੁਰੇ ਦੀ ਸੇਵਾ ਕਰਦੀ ਹੁੰਦੀ ਸੀ, ਉਹ ਥੋੜ੍ਹਾ ਬਹੁਤ ਗੁਣ ਦੇ ਗਿਆ। ਉਹਨੇ ਵੀ ਇਹੀ ਗੱਲ ਕਹਿ ਦਿੱਤੀ। ਮੇਰੇ ਮਨ 'ਚ ਬੜਾ ਇਹ ਭਾਰੀ ਸ਼ੰਕਾ ਹੋ ਗਿਆ ਕਿ ਮਨਾ ਰੋਜ਼ ਗੱਡੀਆਂ 'ਚ ਹੀ ਤੁਰੇ ਫਿਰਦੇ ਆ ਇੱਧਰ ਉੱਧਰ, ਰੱਬ ਜਾਣੇ ਭਲਾ ਨੇ ਕੀ ਹੋ ਜਾਣਾ ਸਾਡੇ ਨਾਲ। ਮੈਂ ਘਰੋਂ ਤੁਰਿਆ, ਪ੍ਰਸ਼ਾਦ ਲਿਆ, ਆਪਣੀ ਗੱਲ ਦੱਸ ਰਿਹਾ, ਕਿਸੇ ਦੀ ਨਹੀਂ। ਪ੍ਰਸ਼ਾਦ ਲੈ ਕੇ ਨਾ ਸ਼ਾਮ ਨੂੰ ਬਾਬਾ ਜੀ ਦੇ ਕੋਲੇ ਅੰਦਰ ਕਮਰੇ 'ਚ
मैं कमरे का गेट खोलिया, सोफे ते बैठे बाबा जी पहले ही हसी जान मैनू देख के। मत्था टेकिया, मैं कहा बाबा जी जेड़े काम आया ना ये तुहाडे लई तां हैगा छोटा ते मेरे लिए बहुत वड्डा है। कहंदे दस। मैं इदां सारी ही गल दसी कि मैनू इदां इदां 3 बंदियां ने कह दिता। हुण मेरे मन दे विच वहम है, पर मैं हुण ये निश्चिंत हाँ इस गल तो, मैं तुहानू दस दिता, तुहानू सारा कुछ दस दिता, हुण भला जो मर्जी हो जाए। गल टालती। कहंदे नहीं नहीं है तो इदां ही, कहंदे है, कहंदे इदां ही, कहंदे पर कोई ना, कहंदे तू गुरु ग्रंथ साहिब के सामने अरदास कर, मैं भी अरदास करूँगा। मैं मत्था टेकिया, प्रसाद दिता, वापस आ गया बाहर। बाबा जी की हजूरी सेवा की है भाई बेअंत सिंह होनी। मैं बाहर आ गया, उन्होंने कहन लगे, कहंदे मुंडे नूं किसी ने डराता। उन्हें खुद मैनू बाहर आके सारी गल दसी। कहंदे मुंडे नूं किसी ने डराता। कहंदे वो कहन लगा बाबा जी तुसीं भी कहा सीगा कि इदां ही है। बाबा जी कहंदे है इदां ही, पर कहंदे जिवें मैं चाहूँगा, कहंदे उवें होऊगा, उवें हो। फिर साध संगत सच करके जानदा, जिदन मेरी 28 साल की उम्र हुई ना, मैनूं लगदा 2 साल ही लंघे है, जिदन बाबा जी दे भाई साहब इत्थे रहिंदे सी दिल्ली तो, वो स्वर्गवास होए आ। एक दिन पहला ना सानू फोन आया, बाबा अवतार सिंह जी इत्थे हाज़री भरन आउंदे आ मोहोली तो, समागम सी। मैं क्या संत समागम च समा तो थोड़ा मिलता है, आपां 1-2 जाने जा आउने आ, कथा करके मुड़ आवांगे। आ सिंह बैठा है बंता सिंह नाल, ये मेरे नाल, असी गड्डी कड्डी, हजे जगराओं तो निकले ही हाँ, वड्डी सारी ना खाई जी सी, खड्डा जिहा, मैनू पता ही नहीं लग्या। मेरी गड्डी ना साध संगत थल्ले उतर गई ते बिल्कुल मूधी हो गई, टायर उत्ते हो गए ते एकदम असी गड्डी चों निकले। साडी गड्डी आके सीधी कीती, वो मुंडे दे ते सट वज गई, ਉਹਦੇ खून निकलण लग गया। मैं भी डर गया, मैं कि माँ प्यो कहणगे तुहाडे कोले छड्डिया, खबरे रब जाने पता नहीं की हो गया। ते जदों मैं अपने आप नूं देखिया, जिवें मैं दस्तार सजा के गया सी, एक बारी तां आपां पग टाइट बन के जाने ना घरों कस के, उदां ही गड्डी चों साबत बाहर निकलिया आ। साध संग गड्डी मूधी होई होवे ते सट भी ना वजी होवे, गड्डी दा रिहा कुछ नहीं ते साबत बाहर निकलिया आ। इत्थे मैं फोन किया कि बाबा जी नूं दस दिओ कि मेरी गड्डी पुट्ठी हो गई, ते सेवादारां ने दस्सिया, भाई जिंदर सिंह हुणी बैठे इत्थे, वो कहंदे जदों असीं दस्सिया, कहंदे बाबा जी बहुत हसे, कहंदे अच्छा गड्डी मूधी हो गई। सो साध संगत दे महापुरुषां दी बख्शिश है, वो जिवें चाहण उवें कर सकदे। आ दीप हस्पताल विच बाबा जी जांदे रहे ना, ये मैं तां सुना रहा कि अपना प्यार वध जे, होर प्यार वध जाए अपना। दीप हस्पताल च गए बाबा जी दे नाल, असीं भी चले गए सारे। ते बाबा जी ने जदों हस्पताल जाना ना, एक बारी 40 च जदों गोडियां दा ऑपरेशन करवाया, उत्थे ठाठ ही बन गया, लंगर लग गए उत्थे। सारे वो सेवादार, नर्स, भाई उत्थे सेवा करन वाले, सारे ही जिन्ने वो गेट कीपर, सारे बाबा जी नूं आके सवेरे मत्था टेकिया करन, शाम नूं भी मत्था टेकिया करन, प्रसाद लेके जाया करन। आ दीप हस्पताल गए, उदों पेशाब दा बन पै गया सी बड़ा। उत्थे डॉक्टर ने कहा, कहंदे हुण महापुरुषां नूं पानी पियाओ, फिर कहंदा हुण कॉफी पियाओ, कदे कुछ पियाओ, कुछ ना कुछ पिया ही गए सेवादार खड़े। बन नहीं खुलिया। ये मैं खुद आप वेख्या यह नज़ारा, बन नहीं खुलिया। हैरान हो गए असी, गोली भी दी डॉक्टर ने। साध संगत उत्थे ना एक बीबी कहती सानू महापुरुष मिल सकते हैं। मैं सेवादार नूं अंदर गेट खोलिया कि बाबा जी के दर्शन करने किसी ने।
ਤੇ ਉਹਦਾ ਨਾ ਬੀਬੀ ਦਾ ਬੱਚਾ ਬੜੇ ਚਿਰ ਤੋਂ ਪਤਾ ਨਹੀਂ ਰੱਬ ਜਾਣੇ ਕਿਹੜੀ ਉਹਨੂੰ ਬਿਮਾਰੀ ਲੱਗੀ ਹੋਈ ਸੀ ਜਿਹੜੀ ਠੀਕ ਹੀ ਨਹੀਂ ਸੀ ਹੁੰਦੀ। ਸਾਧ ਸੰਗਤ ਤੋਂ ਨਿੱਕਾ ਜਿਹਾ ਬੱਚਾ ਅੰਦਰ ਚਲੇ ਗਏ, ਮੱਥਾ ਟੇਕਿਆ, ਨਮਸਕਾਰ ਕੀਤੀ, ਬਾਬਾ ਜੀ ਨੇ ਪ੍ਰਸ਼ਾਦ ਦਿੱਤਾ। ਉਹ ਨਿੱਕੇ ਜਿਹੇ ਬੱਚੇ ਦੇ ਨਾ ਇੱਦਾਂ ਸਿਰ ਤੇ ਹੱਥ ਰੱਖਤਾ। ਉਦੋਂ ਬਾਅਦ ਕਹਿੰਦੇ ਚਲੋ ਬਈ, ਕਹਿੰਦੇ ਸਾਨੂੰ ਬਾਥਰੂਮ 'ਚ ਲੈ ਚੱਲੋ, ਕਹਿੰਦੇ ਸਾਨੂੰ ਹੁਣ ਪਿਸ਼ਾਬ ਆ ਗਿਆ, ਸਾਨੂੰ ਹੁਣ ਬਾਥਰੂਮ ਆ ਗਿਆ। ਸਾਧ ਸੰਗਤ ਰੱਬ ਜਾਣੇ ਪਤਾ ਨਹੀਂ ਕਿਹੜੀਆਂ ਰੂਹਾਂ ਨੂੰ ਕਿੱਥੇ ਜੋੜਨਾ ਹੈ, ਕਿੱਥੇ ਤਾਰਨਾ ਹੈ, ਇਹ ਰੱਬ ਦੇ ਪਿਆਰੇ ਜਾਣਦੇ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਅਸੀਂ ਇੰਨਾ ਕੁਛ ਪਿਆਤਾ, ਉਦੋਂ ਤੱਕ ਬੰਨ ਨਹੀਂ ਖੁੱਲਿਆ। ਤੇ ਆ ਛੋਟੇ ਜਿਹੇ ਬੱਚੇ ਨੇ ਦਰਸ਼ਨ ਕੀਤੇ, ਉਹਦੀ ਮਾਂ ਨੇ ਦਰਸ਼ਨ ਕੀਤੇ, ਉਹਨੂੰ ਆਸ਼ੀਰਵਾਦ ਦਿੱਤਾ, ਉਹਨੇ ਆਪਣੀ ਬੇਨਤੀ ਕੀਤੀ। ਉਦੋਂ ਬਾਅਦ ਕਹਿੰਦੇ ਚਲੋ ਬਈ, ਕਹਿੰਦੇ ਚੱਲੀਏ। ਇੱਦਾਂ ਦੇ ਕੌਤਕ ਕਈ ਤੁਹਾਡੇ ਨਾਲ ਵੀ ਹੋਏ ਹੋਣਗੇ, ਸਾਡੇ ਨਾਲ ਵੀ ਹੋਏ। ਬੇਅੰਤ ਹੀ ਯਾਦ ਆਈ ਜਾਂਦੇ। ਸੋ ਐਸੇ ਮਹਾਂਪੁਰਸ਼ਾਂ ਦੀ ਸਾਧ ਸੰਗਤ, ਇਹ ਜਿਹੜੀ ਚਮੜੇ ਦੀ ਜ਼ੁਬਾਨ ਹੈ ਨਾ, ਇਹ ਉਸਤਤ ਨਹੀਂ ਕਰ ਸਕਦੀ। ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ, ਤੇਰੇ ਚਰਣਾ ਤੇਰੇ ਚਰਨ ਧੂਰ ਵਡਭਾਗੀ ਪਾਵਾਂ ਰਾਮ। ਰੱਬ ਦੇ ਪਿਆਰੇ ਮਹਾਂਪੁਰਸ਼, ਇਹਨਾਂ ਦੇ ਗੁਣ ਬੇਅੰਤ ਨੇ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ ਤੇ ਉਹਦੇ ਪਿਆਰੇ ਵੀ ਬੇਅੰਤ ਨੇ। ਸਾਧ ਸੰਗਤ ਉਹਨਾਂ ਦੀ ਉਪਮਾ ਨੂੰ ਕਹਿ ਨਹੀਂ ਸਕਦੇ। ਤੇ ਜਿਨ੍ਹਾਂ ਦੀ ਯਾਦ ਦੇ ਵਿੱਚ ਆਪਾਂ ਜੁੜ ਕੇ ਬੈਠੇ ਨਾ, ਬਾਬਾ ਆਨੰਦ ਸਿੰਘ ਮਹਾਰਾਜ 22 ਘੰਟੇ ਉਹਨਾਂ ਨੇ ਬੰਦਗੀ ਕਰਨੀ, ਕਿਸੇ ਦੇ ਨਾਲ ਬੋਲਣਾ ਨਾ। ਤੇ ਸਾਧ ਸੰਗਤ ਜੇ ਬੋਲਣਾ ਤਾਂ ਕਹਿੰਦੇ ਫਿਰ ਚੱਲੀ ਜਾਂਦੀ ਹਵਾ ਵੀ ਖੜ ਜਾਂਦੀ ਹੁੰਦੀ ਸੀ ਇੱਕ ਸਮਾਂ ਉਹਨਾਂ ਦੇ ਬੋਲਣ ਦੇ ਨਾਲ। ਤੇ ਐਸਾ ਬਚਨ ਦਾ ਤੀਰ ਮਾਰਨਾ ਤੇ ਫਿਰ ਸਾਰਾ ਕੁਝ ਹੀ ਸਿੱਧ ਹੋ ਜਾਂਦਾ ਹੁੰਦਾ ਸੀ। ਐਸੇ ਰੱਬ ਦੇ ਪਿਆਰੇ ਮਹਾਂਪੁਰਸ਼ਾਂ ਦੀ ਆਪਾਂ ਨੂੰ ਸੰਗਤ ਕਰਨ ਦਾ ਸੁਭਾਗ ਸਮਾਂ ਮਿਲਿਆ। ਅਸੀਂ ਬਾਬਾ ਆਨੰਦ ਸਿੰਘ ਮਹਾਰਾਜ ਨੂੰ ਨਹੀਂ ਵੇਖਿਆ, ਤੁਸੀਂ ਤਾਂ ਬਾਬਾ ਮੀਆਂ ਸਿੰਘ ਦੇ ਦਰਸ਼ਨ ਕੀਤੇ ਨੇ ਜਿਨ੍ਹਾਂ ਦੀ ਉਮਰਾਂ ਵੱਡੀਆਂ, ਅਸੀਂ ਤਾਂ ਉਹਨਾਂ ਦੇ ਵੀ ਨਹੀਂ ਕੀਤੇ। ਪਰ ਅੱਜ ਬਾਬਾ ਆਨੰਦ ਸਿੰਘ ਮਹਾਰਾਜ ਨੂੰ ਲੱਭਣ ਦੀ ਲੋੜ ਨਹੀਂ। ਜਿੱਥੇ ਆਪਾਂ ਬੈਠੇ ਆ ਨਾ ਸਾਧ ਸੰਗਤ, ਇਹ ਵਹਿਮ ਹੀ ਨਹੀਂ ਕਿਸੇ ਪ੍ਰਕਾਰ ਦਾ। ਮੈਨੂੰ ਕੋਈ ਸ਼ੰਕਾ ਨਹੀਂ ਇਸ ਗੱਲ ਦੇ ਉੱਤੇ। ਉਹੀ ਸਰੂਪ ਹੈ, ਉਹੀ ਰੂਪ ਹੈ, ਉਹੀ। ਮੈਂ ਕਈ ਵਾਰ ਤੱਕਿਆ ਬਾਬਾ ਜੀ ਨੂੰ, ਜਦੋਂ ਤੁਰੇ ਆਉਂਦੇ ਆ ਨਾ, ਉੱਦਾਂ ਹੀ ਲੱਗਦਾ ਹੈ ਜਿਵੇਂ ਬਾਬਾ ਮੀਆਂ ਸਿੰਘ ਮਹਾਰਾਜ ਜੀਆਂ ਦਾ ਸਰੂਪ ਆਪਾਂ ਵੇਖਦੇ ਹਾਂ। ਤੋਰ ਵੀ ਉੱਦਾਂ ਦੀ, ਪੱਗ ਬੰਨਣ ਦਾ ਤਰੀਕਾ ਵੀ ਉੱਦਾਂ ਦਾ, ਉੱਦਾਂ ਦਾ ਹੀ ਹੋ ਜਾਂਦਾ। ਜਿਹਨੂੰ ਆਪਾਂ ਆਰਾਧਨ ਲੱਗ ਜਾਈਏ, ਜਿਹਨੂੰ ਪੜ੍ਹਨ ਲੱਗ ਜਾਈਏ, ਉੱਦਾਂ ਦਾ ਹੀ ਸਾਡਾ ਜੀਵਨ ਬਣ ਜਾਂਦਾ। ਸਾਰੀ ਰਾਤ ਬਾਬਾ ਮੀਆਂ ਸਿੰਘ ਮਹਾਰਾਜ ਜੀਆਂ ਦੇ ਸਰੂਪ ਦੇ ਸਾਹਮਣੇ ਖੜ ਕੇ ਬੰਦਗੀ ਦੇ ਵਿੱਚ ਗੁਜ਼ਾਰ ਦੇਣੀ, ਉਹੀ ਸਰੂਪ ਬਣ ਗਿਆ ਬਾਬਾ ਜੀ ਦਾ। ਉਹ ਅਕਾਲ ਪੁਰਖ ਰੱਬ ਦਾ ਸਰੂਪ ਹੈ, ਜਿਹੜਾ ਮਹਾਂਪੁਰਸ਼ਾਂ ਦਾ ਸਰੂਪ ਹੈ।